ਰੀਅਲ ਸਟੇਟ ਵਿੱਚ ਕੌਮਾਂਤਰੀ ਪੱਧਰ ਦਾ ਨਾਂ ਬਣਾ ਕੇ ਮਾਰਕੀਟ ਦੇ ਵਿੱਚ ਅੱਜ ਚੋਖਾ ਨਾਮ ਨਾ ਖੱਟ ਰਹੀ ਹੈ ਇੱਕ ਸੇਵ ਮੈਕਸ ਗਲੈਕਸੀ ਰਿਐਲਿਟੀ। ਸੇਵ ਮੈਕਸ ਦੇ ਜਿਹੜੇ ਕੈਨੇਡਾ ਤੋਂ ਹੈੱਡ ਆਫਿਸ ਤੋਂ ਸਾਡੇ ਨਾਲ CEO ਮਿਸਟਰ ਰਮਨ ਦੂਆ ਆਏ ਹੋਏ ਨੇ ਔਰ ਸਾਨੂੰ ਅਪਰਚੁਨਿਟੀ ਮਿਲੀ ਹੈ ਕਿ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਰਮਨ ਦੂਆ ਹੋਰਾਂ ਨਾਲ ਗੱਲ ਕਰਾਂਗੇ ਅਤੇ ਫਿਰ ਸੇਵ ਮੈਕਸ ਬਾਰੇ ਬੋਲਾਂਗੇ। ਪੰਜਾਬੀ ਵਿੱਚ ਜੇ ਸੇਵ ਮੈਕਸ ਦੀ ਗੱਲ ਕਰੀਏ ਤਾਂ ਮਤਲਬ ਹੈ ਵੱਧ ਤੋਂ ਵੱਧ ਬਚਾਓ, ਵੱਧ ਤੋਂ ਵੱਧ ਸੇਵਿੰਗ ਕਰਨੇ। ਇਹਦੀਆਂ ਗੱਲਾਂ ਫਿਰ ਕਰਾਂਗੇ। ਪਹਿਲਾਂ ਰਮਨ ਦੂਆ ਹੋਰਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਰਮਨ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਔਰ ਵਾਇਸ ਆਫ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਵਰਸੇ ਜੀ। ਬਹੁਤ ਮਿਹਰਬਾਨੀ ਰਮਨ ਜੀ। ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਸੇਵ ਮੈਕਸ ਨੂੰ ਅਸੀਂ ਪੰਜਾਬੀ ਲੋਕ ਇਹੀ ਕਹਿੰਦੇ ਕਿ ਵੱਧ ਤੋਂ ਵੱਧ ਬੱਚਤ ਕਰਨੀ। ਇਹਦਾ ਰਿਐਲਿਟੀ ਨਾਲ ਕੀ ਲਿੰਕ ਹੈ? ਜਦੋਂ ਅਸੀਂ ਸੇਵ ਮੈਕਸ ਸ਼ੁਰੂ ਕੀਤੀ ਸੀਗੀ ਜੀ, ਉਦੋਂ ਮੈਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਰਕੀਟ ਦੇ ਵਿੱਚ ਜਿਹੜਾ ਸੈਲਰ ਹੈਗਾ ਜੀ, ਜਿਹੜਾ ਕੋਈ ਵੀ ਬੰਦਾ ਘਰ ਖਰੀਦ ਰਿਹਾ ਜਾਂ ਵੇਚ ਰਿਹਾ ਹੈਗਾ, ਉਹਦਾ ਸਭ ਤੋਂ ਵੱਡਾ ਚੈਲੰਜ, ਸਭ ਤੋਂ ਵੱਡੀ ਪ੍ਰੋਬਲਮ ਕੀ ਹੈਗੀ ਹੈ? ਉਹ ਸੀਗੀ ਕਿ ਸਰਵਿਸ ਦਾ ਲੈਵਲ ਇੰਨਾ ਨਹੀਂ ਸੀਗਾ ਔਰ ਪ੍ਰਾਈਸਿਸ, ਜਿਹੜੀ ਸਰਵਿਸ ਦਾ ਪ੍ਰਾਈਸ ਹੈਗਾ ਉਹ ਬਹੁਤ ਜ਼ਿਆਦਾ ਸੀਗਾ, ਚਾਰਜਸ ਬਹੁਤ ਹੈ ਜੀ। ਬਿਲਕੁਲ। ਔਰ ਜਿਹੜੇ ਵੱਡੇ ਬ੍ਰਾਂਡ ਸੀਗੇ ਜੀ, ਉਹਨਾਂ ਨੇ ਮਾਰਕੀਟ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਆਪਣਾ ਨੈਟਵਰਕ ਜਾਂ ਜਾਲ ਬਣਾਇਆ ਹੋਇਆ ਸੀਗਾ ਕਿ ਉਹ ਕਲਾਇੰਟ ਨੂੰ ਆਪਸ਼ਨ ਹੀ ਨਹੀਂ ਦਿੰਦੇ ਸੀਗੇ। ਮੈਂ ਵੀ ਕਿਸੇ ਬ੍ਰਾਂਡ ਦੇ ਨਾਲ ਕੰਮ ਕਰਦਾ ਸੀ, ਜਦੋਂ ਉੱਥੇ ਮੈਂ ਕੋਸ਼ਿਸ਼ ਕੀਤੀ ਨਹੀਂ ਜੀ ਮੈਂ ਆਪਣੇ ਕਲਾਇੰਟਾਂ ਵਾਸਤੇ ਕੁਝ ਨਵੀਂ ਚੀਜ਼, ਕੋਈ ਕ੍ਰੀਏਟੀਵਿਟੀ ਲੈ ਕੇ ਜਾਵਾਂ ਜਿੱਥੇ ਕਿ ਮੈਂ ਉਹਨਾਂ ਨੂੰ ਪੈਸੇ ਦੀ ਬਚਤ ਕਰਾ ਸਕਾਂ, ਉਹ ਅਲਾਉ ਨਹੀਂ ਕਰਦੇ ਜੀ। ਉਹ ਅਲਾਉ ਨਹੀਂ ਕਰਦੇ ਸੀ। ਦੇਖੋ, ਆਪਣੀ ਜ਼ਿੰਦਗੀ ਵਿੱਚ ਅਸੀਂ ਇਸ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਖਰੀਦਦੇ ਹਾਂ। ਤੁਸੀਂ ਦੇਖੋ, ਸਭ ਤੋਂ ਵੱਡੀ ਖਰੀਦੋ ਫਰੋਖਤ ਹੈ ਸਾਡੀ ਜ਼ਿੰਦਗੀ ਦੀ। ਉਹਦੇ ਵਿੱਚ ਅਗਰ ਸਾਨੂੰ ਇਹ ਅਪੋਰਚੁਨਿਟੀ ਮਿਲੇ ਸੇਵਿੰਗ ਕਰਨ ਦੀ ਔਰ ਨਾਲ ਹੀ ਨਾਲ ਬੈਸਟ ਸਰਵਿਸ ਕਰਨ ਦੀ, ਤੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਜੀ। ਇਸੇ ਸੋਚ ਦੇ ਨਾਲ ਅਸੀਂ ਸੇਵ ਮੈਕਸ ਨੂੰ, ਜਿਵੇਂ ਕਿ ਨਾਮ ਹੀ ਦੱਸਦਾ ਹੈਗਾ, ਸੇਵ ਮੈਕਸਿਮਮ, ਤਾਂ ਅਸੀਂ ਜਦੋਂ ਸੇਵ ਮੈਕਸ ਸ਼ੁਰੂ ਕੀਤੀ, ਅਸੀਂ ਉਦੋਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਸੀਗੇ ਜੀ, ਲਿਸਟ ਯੂਰ ਹਾਊਸ ਫॉर $999, ਕਿ ਤੁਸੀਂ $999 ਦੇ ਵਿੱਚ ਆਪਣਾ ਘਰ ਲਿਸਟ ਕਰ ਸਕਦੇ ਹੋ। ਆਮ ਤੌਰ 'ਤੇ ਹੁੰਦਾ ਜੀ ਵੀ, ਚਲੋ ਮੇਰਾ ਵੀ ਥੋੜ੍ਹਾ ਜਿਹਾ ਇਸ ਇੰਡਸਟਰੀ ਨਾਲ ਲਿੰਕ ਹੈ, ਆਮ ਤੌਰ 'ਤੇ ਹੁੰਦਾ ਜੀ 4%, 5%, ਕਈ ਥਾਵਾਂ 'ਤੇ ਤਾਂ ਇਸ ਤੋਂ ਵੀ ਜ਼ਿਆਦਾ ਕਮਿਸ਼ਨ ਪੇ ਕਰਨਾ ਪੈਂਦਾ, ਜਾਂ ਕਹਿ ਲਓ ਵੀ ਸਰਵਿਸ ਚਾਰਜਸ ਪੇ ਕਰਨੇ ਪੈਂਦੇ। $999 ਤਾਂ ਮਤਲਬ ਵੈਰੀ ਚੀਪ। ਹਾਊ ਇਟ ਇਜ਼ ਪੋਸੀਬਲ? ਮੈਂ ਇਹਨੂੰ ਇਹ ਦੱਸਾਂਗਾ, ਮੈਂ ਇਹਨੂੰ ਇੱਕ ਹੋਰ ਸ਼ਬਦ ਯੂਜ਼ ਕਰਾਂਗਾ ਜੀ। ਇਟ ਇਜ਼ ਬੇਸਿਕਲੀ ਵੈਰੀ ਇਕੋਨੋਮਿਕਲ ਬਟ ਸਰਵਿਸ ਓਰੀਐਂਟਡ। ਤੁਸੀਂ ਇੱਕ ਚੀਜ਼ ਦੇਖੋ ਕਿ ਤੁਸੀਂ ਸਿਰਫ $999 ਦੇ ਵਿੱਚ ਆਪਣਾ ਘਰ ਲਿਸਟ ਕਰ ਸਕਦੇ ਹੋ, ਪਰ ਉਹਦੇ ਨਾਲ ਤੁਹਾਨੂੰ ਸਰਵਿਸ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਤੁਹਾਨੂੰ ਫੁੱਲ ਸਰਵਿਸ ਰੀਅਲ ਸਟੇਟ ਬ੍ਰੋਕਰੇਜ ਮਿਲੇਗੀ। ਸਾਡੀ ਟੀਮ ਤੁਹਾਡੇ ਘਰ 'ਤੇ ਓਪਨ ਹਾਊਸ ਕਰੇਗੀ, ਤੁਹਾਡੀ ਸ਼ੋਇੰਗਸ ਬੁੱਕ ਕਰੇਗੀ, ਤੁਹਾਨੂੰ ਬੈਸਟ ਡੀਲ ਨੈਗੋਸ਼ੀਏਟ ਕਰਕੇ ਦੇਗੀ, ਤੁਹਾਡੇ ਘਰ ਨੂੰ ਪ੍ਰਮੋਟ ਕਰੇਗੀ। ਦੇਖੋ, ਸਾਡਾ ਇੱਕ ਸਿੰਪਲ ਜੀ ਬਿਜ਼ਨਸ ਦੀ ਥਿਊਰੀ ਹੈ ਜੀ। ਅਸੀਂ ਕਲਾਇੰਟ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ। ਇੱਕ ਵਾਰੀ ਕਲਾਇੰਟ ਸਾਡੇ ਨਾਲ ਜੁੜ ਗਿਆ ਜੀ, ਸਾਨੂੰ ਆਪਣੇ ਆਪ ਬਿਜ਼ਨਸ ਆਉਂਦਾ ਰਹਿਣਾ ਹੈਗਾ ਜੀ। ਔਰ ਤੁਸੀਂ ਬਿਲੀਵ ਨਹੀਂ ਕਰੋਗੇ ਜੀ, ਇਸ ਕਨਸੈਪਟ ਨੇ ਓਨਟਾਰੀਓ ਦੀ ਮਾਰਕੀਟ ਦੇ ਵਿੱਚ ਇੰਨਾ ਧਮਾਕਾ ਪਾਇਆ ਜੀ ਕਿ ਤੁਸੀਂ ਇਹ ਦੇਖੋ ਕਿ ਅੱਜ 10 ਸਾਲ ਦੇ ਵਕਫੇ ਦੇ ਵਿੱਚ ਅਸੀਂ 70 ਆਫਿਸਿਸ ਸਾਡੇ ਕੰਟਰੀ ਵਾਈਡ ਹੈਗੇ, 15 ਆਫਿਸ ਸਾਡੇ ਇੰਡੀਆ ਹੈਗੇ ਆ। ਅਸੀਂ 15,000 ਤੋਂ ਉੱਪਰ ਘਰ ਵੇਚ ਚੁੱਕੇ ਹਾਂ ਜੀ। ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ $4 ਬਿਲੀਅਨ ਦੀ ਅਸੀਂ ਸਾਲ ਦੀ ਰੀਅਲ ਸਟੇਟ ਸੈਲ ਕਰਦੇ ਹਾਂ। ਸੋ ਅਸੀਂ ਆਪਣੇ ਕਲਾਇੰਟ ਨੂੰ ਇੱਕ ਟ੍ਰਾਂਜੈਕਸ਼ਨ ਦੇ ਵਿੱਚ ਘੱਟੋ ਘੱਟ $20,000 ਤੋਂ $25,000 ਦਾ ਬੈਨੀਫਿਟ ਕਰਕੇ ਦਿੰਦੇ ਹਾਂ, ਪਰ ਸਰਵਿਸ ਵੀ ਬੈਸਟ ਦਿੰਦੇ ਹਾਂ। ਇੱਕ ਬੜੀ ਮੇਰੇ ਵਾਸਤੇ ਨਵੀਂ ਗੱਲ ਹੈ ਜੀ ਕਿ ਜਿਹੜੀ ਸੇਵ ਮੈਕਸ ਕੰਪਨੀ ਆ, ਇਹ ਇੱਕ ਇੰਟਰਨੈਸ਼ਨਲ ਕੰਪਨੀ ਹੈ, ਅਤੇ ਮੈਂ ਇੱਕ ਇੰਟਰਨੈਸ਼ਨਲ ਕੰਪਨੀ ਦੇ CEO ਨਾਲ ਗੱਲ ਕਰਕੇ ਮਾਣ ਮਹਿਸੂਸ ਕਰਦਾ। ਇਹਦਾ ਬੇਸ ਕਿਵੇਂ ਹੋਇਆ ਜੀ? ਸੇਵ ਮੈਕਸ ਕੰਪਨੀ ਜਿਹੜੀ ਤੁਸੀਂ ਬਣਾਈ, ਐਸਟੈਬਲਿਸ਼ ਕੀਤੀ, ਤੁਸੀਂ ਦੱਸ ਦਿਓ ਕਿ ਇੰਡੀਆ ਵਿੱਚ ਵੀ ਆਫਿਸ ਹੈ, ਇਹ ਇੰਡੀਅਨ ਓਰੀਐਂਟਡ ਕੰਪਨੀ ਹੈ ਜਾਂ ਫਿਰ ਕੈਨੇਡੀਅਨ ਕੰਪਨੀ? ਨਹੀਂ ਜੀ, ਸੇਵ ਮੈਕਸ ਜਿਹੜੀ ਹੈਗੀ ਹੈ ਕੈਨੇਡੀਅਨ ਕੰਪਨੀ ਹੈਗੀ ਹੈ। ਮੈਂ 2003 ਦੇ ਵਿੱਚ ਇੱਥੇ ਐਜ਼ ਏ ਇਮੀਗ੍ਰੈਂਟ ਆਇਆ ਸੀ। 2007 ਦੇ ਵਿੱਚ ਮੈਂ ਗੈਸ ਸਟੇਸ਼ਨ 'ਤੇ ਵੀ ਕੰਮ ਕੀਤਾ ਹੈ, ਸਿਕਿਉਰਿਟੀ ਗਾਰਡ ਦਾ ਵੀ ਕੰਮ ਕੀਤਾ ਹੈਗਾ ਜੀ। ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਵੀ ਥੋੜ੍ਹੀ ਦੇਰ ਮੈਂ ਕੰਮ ਕੀਤਾ। 2007 ਦੇ ਵਿੱਚ ਮੈਂ ਆਪਣਾ ਰੀਅਲ ਸਟੇਟ ਕੈਰੀਅਰ ਸ਼ੁਰੂ ਕੀਤਾ ਸੀਗਾ ਜੀ ਐਜ਼ ਏ ਰੀਅਲਟਰ। ਸੋ ਜਦੋਂ ਮੈਂ 2-2.5 ਸਾਲ ਐਜ਼ ਏ ਰੀਅਲਟਰ ਕੰਮ ਕੀਤਾ, ਸੋ ਇਹ ਚੈਲੰਜਸ ਮੈਨੂੰ ਅੰਡਰਸਟੈਂਡ ਹੋਏ। ਸੋ ਮੈਂ ਉਸ ਟਾਈਮ 2009 ਦੇ ਵਿੱਚ ਸੇਵ ਮੈਕਸ ਨੂੰ ਲਾਂਚ ਕਰਨ ਦੀ ਸੋਚੀ। April 2010 ਦੇ ਵਿੱਚ ਜਦੋਂ ਮੇਰੀ ਬੇਟੀ ਦਾ ਸ਼੍ਰੇਆ, ਮੇਰੀ ਪਹਿਲੀ ਬੇਟੀ ਸੀ, ਉਹਦਾ ਬਰਥਡੇ ਹੈਗਾ ਜੀ 24 ਅਪ੍ਰੈਲ ਨੂੰ, ਉਸ ਦਿਨ ਅਸੀਂ ਸੇਵ ਮੈਕਸ ਦੀ ਜਿਹੜੀ ਹੈਗੀ ਨੀਂਹ ਰੱਖੀ ਸੀਗੀ, ਲਾਂਚ ਕੀਤਾ ਸੀਗਾ ਜੀ। ਔਰ ਇੱਕ ਸੋਚ ਦੇ ਨਾਲ ਕਿ ਅਸੀਂ ਕਲਾਇੰਟਸ ਨੂੰ ਆਪਣਾ ਪਰਿਵਾਰ ਬਣਾਵਾਂਗੇ। ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਡਿਸੀਜ਼ਨ ਹੈ ਜੀ, ਉਹਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਵਾਂਗੇ। ਔਰ ਕਲਾਇੰਟਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ।
ਔਰ ਉਸ ਟਾਈਮ ਤਾਂ ਇੰਨਾ ਵੱਡਾ ਡ੍ਰੀਮ ਨਹੀਂ ਸੀਗਾ ਜੀ, ਉਸ ਟਾਈਮ ਤਾਂ ਸਿਰਫ ਇੱਕ ਡ੍ਰੀਮ ਸੀਗਾ ਕਿ ਜੀ 50 ਸਟੋਰ ਟ੍ਰਾਂਜੈਕਸ਼ਨ ਕਰਾਂਗੇ, ਸ਼ੁਰੂ ਕਰਨਾ ਹੈ। ਸੋ ਅਸੀਂ 2010 ਦੇ ਵਿੱਚ ਬੇਸਮੈਂਟ ਦੇ ਵਿੱਚ, ਆਪਣੇ ਘਰ ਦੀ ਬੇਸਮੈਂਟ ਦੇ ਵਿੱਚ 2000 ਸਕੁਅਰ ਫੁੱਟ ਦਾ ਛੋਟਾ ਜਿਹਾ ਘਰ ਸੀਗਾ, ਉਹਦੀ ਬੇਸਮੈਂਟ ਦੇ ਵਿੱਚ ਅਸੀਂ ਇਹ ਕੰਪਨੀ ਸ਼ੁਰੂ ਕੀਤੀ ਸੀ। 1.5 ਸਾਲ ਬਾਅਦ ਜਦੋਂ ਅਸੀਂ ਇੱਕ ਪਹਿਲੇ ਆਪਣਾ ਜਿਹੜਾ ਕਮਰਸ਼ੀਅਲ ਆਫਿਸ ਉੱਥੇ ਮੂਵ ਕੀਤਾ ਸੀ ਜੀ, ਉਦੋਂ ਅਸੀਂ $100 ਮਿਲੀਅਨ ਦੀ ਕੰਪਨੀ ਖੜੀ ਕਰਤੀ ਸੀਗੀ ਜੀ। ਬਹੁਤ ਹੀ ਸਪੋਰਟ ਰਹੀ ਕਮਿਊਨਿਟੀ ਦੀ, ਕਲਾਇੰਟਸ ਦੀ, ਔਰ ਅਸੀਂ ਵੀ ਪੂਰੀ ਮਿਹਨਤ ਦੇ ਨਾਲ ਔਰ ਪੂਰੀ ਸ਼ਿੱਦਤ ਦੇ ਨਾਲ ਉਹਨਾਂ ਲਈ ਕੰਮ ਕੀਤਾ। ਕੈਨੇਡਾ ਵਿੱਚ ਕਿੱਥੇ ਕਿੱਥੇ ਤੁਹਾਡੇ ਆਫਿਸ ਹੈ ਜੀ? ਜਿਹੜਾ ਸਾਡਾ ਕਾਰਪੋਰੇਟ ਆਫਿਸ ਹੈਗਾ ਜੀ, ਉਹ ਹੈਗਾ ਮਿਸਿਸਾਗਾ ਦੇ ਵਿੱਚ 25000 ਸਕੁਅਰ ਫੀਟ ਦਾ, ਜਿਹਦੇ ਵਿੱਚ ਆਲਮੋਸਟ 250-300 ਬੰਦਾ ਇੱਕ ਟਾਈਮ ਤੇ ਬੈਠਾ ਹੁੰਦਾ ਹੈ ਜੀ। ਉਸ ਤੋਂ ਇਲਾਵਾ ਟੋਰਾਂਟੋ ਸਾਡਾ ਆਫਿਸ ਹੈਗਾ ਜੀ, ਬਰੈਂਪਟਨ ਸਾਡਾ ਆਫਿਸ ਹੈਗਾ, ਕੈਲਗਰੀ ਸਾਡੇ ਆਫਿਸਿਸ ਹੈਗੇ, ਐਡਮਿੰਟਨ ਦੇ ਵਿੱਚ ਆਫਿਸਿਸ ਹੈਗੇ ਹੈ, ਵੈਂਕੂਵਰ ਦੇ ਵਿੱਚ, ਇੱਧਰ ਆਪਣਾ ਵਿਨੀਪੈਗ ਦੇ ਵਿੱਚ ਹੁਣ ਅਸੀਂ ਆਪਣਾ ਇੱਥੇ ਆਫਿਸ ਸ਼ੁਰੂ ਕੀਤਾ ਹੈਗਾ ਸੇਵਮੈਕਸ ਗੈਲੈਕਸੀ ਦੇ ਨਾਮ ਤੋਂ। ਸੋ ਇਨ ਕੰਟਰੀ ਸਾਡੇ 70+ ਆਫਿਸਿਸ ਹੈਗੇ ਆ ਜੀ, 15 ਆਫਿਸਿਸ ਸਾਡੇ ਇੰਡੀਆ ਹੈਗੇ ਆ ਜੀ। ਇਸ ਤੋਂ ਇਲਾਵਾ ਅਸੀਂ ਹੁਣ US ਦੇ ਵਿੱਚ ਆਪਣੇ ਆਫਿਸਿਸ ਖੋਲ੍ਹ ਰਹੇ ਹੈਗੇ ਆ। ਉਸ ਤੋਂ ਬਾਅਦ ਜਨਵਰੀ ਦੇ ਵਿੱਚ ਸਾਡਾ ਆਸਟ੍ਰੇਲੀਆ ਜਾਣ ਦਾ ਪਲਾਨ ਹੈਗਾ। ਸੋ ਇਹ ਇੱਕ ਜਿਹੜਾ ਸੁਪਨਾ ਤੁਸੀਂ ਕਹਿ ਲਓ, ਇੱਕ ਛੋਟੇ ਜਿਹੇ ਸੁਪਨੇ ਦੇ ਨਾਲ ਸ਼ੁਰੂ ਹੋਇਆ ਸੀਗਾ, ਅੱਜ ਸਾਡੇ ਕੋਲ 1000 ਤੋਂ ਉੱਪਰ ਬੰਦਿਆਂ ਦੀ ਟੀਮ ਹੈਗੀ ਹੈ ਜੀ। ਔਰ ਅਸੀਂ ਅਗਲੇ 3 ਸਾਲਾਂ ਦੇ ਵਿੱਚ 11 ਕੰਟਰੀਜ਼ ਦੇ ਵਿੱਚ ਆਪਣੀ ਸਰਵਿਸਿਜ਼ ਜਿਹੜੀ ਹੈਗੀ ਸ਼ੁਰੂ ਕਰ ਰਹੇ ਹਾਂ। ਖਾਸ ਤੌਰ ਤੇ ਨਵੇਂ ਇਮੀਗ੍ਰੈਂਟ ਲਈ, ਜਿਹੜਾ ਬੰਦਾ ਇੰਡੀਆ ਤੋਂ ਆਂਦਾ ਹੈਗਾ ਜਾਂ ਕਿਸੇ ਹੋਰ ਕੰਟਰੀ ਤੋਂ ਐਜ਼ ਅ ਨਿਊ ਇਮੀਗ੍ਰੈਂਟ ਆਂਦਾ ਹੈ, ਉਹਨਾਂ ਲਈ ਅਸੀਂ ਬਹੁਤ ਅੱਛੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ। ਉਹਨਾਂ ਨੂੰ ਅਸੀਂ ਹੈਲਪ ਕਰਦੇ ਹਾਂ ਜੀ ਏਅਰਪੋਰਟ ਤੋਂ ਪਿਕਅਪ ਕਰਨ ਦੀ, ਉਹਨਾਂ ਨੂੰ ਨਾਲ ਕੋਈ ਉਹਨਾਂ ਨੂੰ ਜੌਬ ਚਾਹੀਦੀ ਹੈਗੀ ਹੈ ਜੀ, ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾ ਕੇ ਦੇਣਾ, ਉਹਨਾਂ ਦਾ ਜਿਹੜਾ ਕ੍ਰੈਡਿਟ ਕਾਰਡ ਬਣਵਾ ਕੇ ਦੇਣਾ, ਬੈਂਕ ਅਕਾਊਂਟ ਖੋਲ੍ਹ ਕੇ ਦੇਣਾ, ਤਾਂ ਕਿ ਅਸੀਂ ਉਹਨਾਂ ਲਈ ਜਿਹੜੀ ਪ੍ਰੋਬਲਮਸ ਮੈਂ ਫੇਸ ਕੀਤੀਆਂ ਜੀ ਐਜ਼ ਅ ਨਿਊ ਇਮੀਗ੍ਰੈਂਟ, ਅਸੀਂ ਦੂਜੇ ਬੰਦਿਆਂ ਨੂੰ ਹੈਲਪ ਕਰਦੇ ਹਾਂ। ਆਮ ਤੌਰ ਤੇ ਛੋਟੀਆਂ ਪ੍ਰੋਬਲਮਸ ਨਵੇਂ ਨਿਊ ਇਮੀਗ੍ਰੈਂਟਸ ਨੂੰ ਆਉਂਦੀਆਂ ਹੀ ਹੁੰਦੀਆਂ, ਜਦੋਂ ਉਹਨਾਂ ਨੂੰ ਗਾਈਡੈਂਸ ਦੀ ਐਕਚੁਅਲੀ ਲੋੜ ਹੁੰਦੀ, ਉਹਨਾਂ ਦੀ ਕੋਈ ਬਾਂਹ ਫੜਨ ਵਾਲਾ ਬੰਦਾ ਚਾਹੀਦਾ, ਫਿਰ ਉਹ ਅੱਗੇ ਵੱਧਦੇ ਹੌਸਲੇ ਨਾਲ। ਜਿਵੇਂ ਤੁਹਾਨੂੰ ਪ੍ਰੋਬਲਮਸ ਆਈਆਂ, ਤੁਸੀਂ ਉਹ ਸੋਚਿਆ ਕਿ ਕਿਸੇ ਹੋਰ ਨੂੰ ਨਾ ਆਉਣ, ਇਹ ਇੱਕ ਬੜੀ ਵੱਡੀ ਗੱਲ ਹੈ। ਜੇ ਸੇਵਮੈਕਸ ਦੀ ਗੱਲ ਅਸੀਂ ਕਰਦੇ ਹਾਂ, ਸੇਵਮੈਕਸ ਦੇ ਜਿੰਨੇ ਆਫਿਸਿਸ ਆ ਸਾਰੇ ਇੰਡੀਪੈਂਡੈਂਟ ਆਪਰੇਟ ਹੁੰਦੇ ਜਾਂ ਕਿ ਇਹਦਾ ਕੀ ਕਨਸੈਪਟ ਹੈ? ਜੀ, ਇਹਦੇ ਵਿੱਚ ਸਾਡੇ ਕੋਲ ਦੋਨੋਂ ਕਨਸੈਪਟ ਹੈਗੇ ਆ ਜੀ। ਸਾਡੇ ਜਿਹੜੇ ਮੇਜਰ ਟਾਊਨਸ ਹੈਗੇ ਉਹਦੇ ਵਿੱਚ ਸਾਡੇ ਕਾਰਪੋਰੇਟ ਆਫਿਸਿਸ ਹੈਗੇ ਆ, ਬਾਕੀ ਜਿਹੜੇ ਹੈਗੇ ਸਾਡੇ ਫਰੈਂਚਾਈਜ਼ੀ ਆਫਿਸਿਸ ਹੈਗੇ ਆ। ਹਾਂਜੀ, ਉਹ ਜਿਹੜੇ ਆਫਿਸ ਹੈਗੇ ਉਹ ਈਚ ਆਫਿਸ ਇਜ਼ ਇੰਡੀਪੈਂਡੈਂਟਲੀ ਓਨ ਐਂਡ ਆਪਰੇਟਡ, ਔਰ ਉਹਦੇ ਵਿੱਚ ਬੜੀ ਅੱਛੇ ਸਾਡੇ ਨਾਲ ਬੰਦੇ ਜੁੜੇ ਹੋਏ ਆ ਜੀ, ਜਿਹੜੇ ਕਿ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਆ ਕਿ ਜੀ ਕਲਾਇੰਟ ਜਿਹੜਾ ਹੈਗਾ ਨਾ ਜੀ, ਉਹ ਸਾਡੀ ਟੌਪ ਪ੍ਰਾਇਰਟੀ ਹੈ। ਦੇਖੋ, ਅਗਰ ਅਸੀਂ ਆਪਣੇ ਕਲਾਇੰਟ ਦਾ ਧਿਆਨ ਰੱਖਾਂਗੇ, ਉਹਨਾਂ ਨੂੰ ਬੈਸਟ ਸਰਵਿਸਿਜ਼ ਦੇਵਾਂਗੇ, ਤੇ ਉਹ ਸਾਡੇ ਨਾਲ ਜੁੜਨਗੇ। ਇੱਕ ਚੀਜ਼ ਦਾ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜੀ, ਅਗਰ ਕਿਸੇ ਵੀ ਬੰਦੇ ਨੇ ਸੇਵਮੈਕਸ ਦੇ ਨਾਲ ਇੱਕ ਵਾਰੀ ਡੀਲ ਕਰ ਲਿਆ, ਉਹ ਉਸ ਤੋਂ ਬਾਅਦ ਸਾਡੀ ਫੈਮਿਲੀ ਬਣ ਜਾਂਦਾ। ਬਿਲਕੁਲ ਬਾਹਰ ਨਹੀਂ ਜਾ ਸਕਦਾ। ਬਾਹਰ ਨਹੀਂ ਜਾ ਸਕਦਾ। ਇੱਕ ਮੈਨੂੰ ਦੱਸਿਓ ਜੀ, ਤੁਸੀਂ ਕਿਹਾ ਕਿ ਅਸੀਂ ਆਪਣੇ ਕਲਾਇੰਟ ਨੂੰ ਆਪਣੀ ਫੈਮਿਲੀ ਦਾ ਇੱਕ ਪਾਰਟ ਸਮਝਦੇ, ਮੇਜਰ ਪਾਰਟ ਸਮਝਦੇ। ਤੁਸੀਂ ਕਿਸੇ ਨੂੰ ਭਰਾ ਕਹਿੰਦੇ ਹੋ ਤਾਂ ਭਰਾ ਵਾਂਗੂ ਨਿਭ ਜਾਂਦੇ ਹੋ, ਇਹ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਕਿਹੜੀਆਂ ਤੁਸੀਂ ਕਹਿੰਦੇ ਸੀ ਕਲਾਇੰਟ ਨੂੰ ਸਹੂਲਤਾਂ ਦਿੰਦੇ ਜਿਹਦਾ ਕਰਕੇ ਤੁਹਾਡੀ ਫੈਮਿਲੀ ਦਾ ਪਾਰਟ ਬਣ ਜਾਂਦਾ? ਦੇਖੋ ਜੀ, ਜਦੋਂ ਕੋਈ ਵੀ ਫਸਟ ਟਾਈਮ ਬਾਇਰ ਦੀ ਮੈਂ ਗੱਲ ਕਰਦਾ, ਉਸ ਟਾਈਮ ਉਸ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਪ੍ਰੋਪਰ ਐਡਵਾਈਸ ਚਾਹੀਦੀ ਹੈ। ਉਹਨੂੰ ਇਹ ਚਾਹੀਦਾ ਕਿ ਮੈਨੂੰ ਕੋਈ ਗਾਈਡ ਕਰਨ ਵਾਲਾ ਹੋਵੇ ਇਸ ਕੰਟਰੀ ਦੇ ਵਿੱਚ, ਕਿ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਇੱਥੇ ਐਸਟੈਬਲਿਸ਼ ਕਰਨਾ ਹੈਗਾ। ਸੋ ਖਾਲੀ ਅਸੀਂ ਉਹਨੂੰ ਘਰ ਦੀ ਗੱਲ ਨਹੀਂ ਹੈਗੀ ਜੀ, ਉਹਨੂੰ ਅਗਰ ਕੋਈ ਜੌਬ ਦੀ ਹੈਲਪ ਚਾਹੀਦੀ ਹੈ, ਕੋਈ ਉਹਨੂੰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਕੋਈ ਰੈਂਟਲ ਹੈਲਪ ਉਹਨੂੰ ਚਾਹੀਦੀ ਹੈ, ਅਸੀਂ ਉਹ ਸਾਰੀ ਸਰਵਿਸਿਜ਼ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲੋਂ ਬਹੁਤ ਵੱਡੀ ਟੀਮ ਹੈਗੀ ਜੀ, ਬੈਂਕਸ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਹੈਗੇ ਆ, ਮੌਰਗੇਜਿਸ, ਉਹਦੇ ਵਿੱਚ ਉਹਨਾਂ ਨੂੰ ਪੂਰੀ ਅਸੀਂ ਹੈਲਪ ਕਰਦੇ ਹੈਗੇ ਆ ਜੀ। ਲਾਇਰਸ ਦੀ ਸਾਡੇ ਕੋਲ ਟੀਮ ਹੈਗੀ ਹੈ ਜੀ, ਹੋਮ ਇੰਸਪੈਕਟਰ ਦੀ ਸਾਡੇ ਕੋਲ ਟੀਮ ਹੈਗੀ ਹੈ ਜੀ। ਸੋ ਜਦੋਂ ਤੁਸੀਂ ਸੇਵਮੈਕਸ ਦੇ ਨਾਲ ਜੁੜਦੇ ਹੋ, ਉਦੋਂ ਤੁਹਾਨੂੰ ਇੱਕ ਹੈਸਲ ਫ੍ਰੀ ਟ੍ਰਾਂਜੈਕਸ਼ਨ, ਕਿਉਂਕਿ ਸਰ ਦੇਖੋ, ਮੈਂ ਵੀ ਜਦੋਂ ਇਸ ਕੰਟਰੀ ਦੇ ਵਿੱਚ ਨਵਾਂ ਆਇਆ ਸੀਗਾ, ਮੈਂ ਅੰਡਰਸਟੈਂਡ ਕਰਦਾ, ਜਦੋਂ ਪਹਿਲਾ ਘਰ ਲੈਣਾ ਹੁੰਦਾ ਨਾ, ਬੰਦੇ ਨੂੰ ਥੋੜਾ ਡਰ ਵੀ ਲੱਗ ਰਿਹਾ ਹੁੰਦਾ ਤੇ ਬੰਦੇ ਨੂੰ ਥੋੜੀ ਐਕਸਾਈਟਮੈਂਟ ਵੀ ਹੁੰਦੀ ਹੈ। ਉਸ ਟਾਈਮ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲਣੀ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਦੇਖੋ, ਰੀਅਲ ਸਟੇਟ ਇੱਕ ਇਨਵੈਸਟਮੈਂਟ ਦਾ ਜ਼ਰੀਆ ਵੀ ਹੈਗਾ। ਸਾਡੇ ਨਾਲ ਬਹੁਤ ਅੱਛੇ ਇਨਵੈਸਟਰ ਨੈਟਵਰਕ ਜੁੜਿਆ ਹੋਇਆ ਹੈ। ਅਸੀਂ ਬਹੁਤ ਸਾਰੇ ਟੌਪ ਕਲਾਸ ਬਿਲਡਰਸ ਦੇ ਨਾਲ ਡੀਲ ਕਰਦੇ ਹੈਗੇ ਆ। ਉਸ ਤੋਂ ਇਲਾਵਾ ਬੜੇ ਸਾਰੇ ਜਿਹੜੇ ਨਵੇਂ ਇਮੀਗ੍ਰੈਂਟਸ ਹੈਗੇ, ਜਿਹੜੇ ਇੰਡੀਆ ਤੋਂ ਆਉਂਦੇ ਆ, ਸਾਡੀ ਟੀਮ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਹੈਲਪ ਕਰਦੀ ਹੈਗੀ। ਕਿਸੇ ਬੰਦੇ ਨੇ ਆਪਣੀ ਪ੍ਰਾਪਰਟੀ ਉੱਥੇ ਹੈਗੀ ਆ, ਐਬਸੋਲੂਟਲੀ, ਉੱਥੇ ਉਹਨਾਂ ਨੂੰ ਮਾਈਂਡ ਅਪ ਕਰਕੇ ਚਾਹੁੰਦਾ, ਪੈਸੇ ਇੱਥੇ ਇਨਵੈਸਟ ਕਰਨਾ ਚਾਹੁੰਦਾ, ਬਿਲਕੁਲ ਜੀ ਬਿਲਕੁਲ। ਉਹ ਪੂਰਾ ਸਾਡੇ ਕੋਲ ਇੱਕ ਐਸਟੈਬਲਿਸ਼, ਦੇਖੋ ਇੰਡੀਆ ਦੇ ਵਿੱਚ ਸਾਡੇ ਹਰ ਜਗ੍ਹਾ ਆਫਿਸਿਸ ਹੈਗੇ, ਚਾਹੇ ਗੁੜਗਾਂਵ ਹੈ, ਜਲੰਧਰ ਹੈਗਾ, ਚੰਡੀਗੜ੍ਹ ਹੈਗਾ, ਕੋਲਕਾਤਾ ਹੈਗਾ, ਬੰਬੇ ਹੈਗਾ, ਹਰ ਜਗ੍ਹਾ ਤੇ ਸਾਡੇ ਜਿਹੜੇ ਆਫਿਸਿਸ ਆਪਣੇ ਖੁੱਲੇ ਹੋਏ ਹੈਗੇ ਜੀ। ਚਲੋ, ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸ ਰਹੇ ਹੋ ਕਿ ਤੁਸੀਂ ਕਿਵੇਂ ਹੈਲਪ ਕਰਦੇ ਹੋ ਕਲਾਇੰਟਸ ਦੀ। ਮੈਜੋਰਿਟੀ ਆਫ ਕਲਾਇੰਟਸ ਜਿਹੜੇ ਤੁਹਾਡੇ, ਉਹ ਕਮਿਊਨਿਟੀ ਵਾਈਜ਼ ਹੁੰਦੇ ਜਾਂ ਸਾਰੇ ਕੈਨੇਡੀਅਨਸ ਹੈ? ਦੇਖੋ, ਸਾਡੇ ਲਈ ਹਰ ਕਲਾਇੰਟ ਉਨਾ ਹੀ ਇੰਪੋਰਟੈਂਟ ਹੈਗਾ। ਜਿਹੜਾ ਸਾਡਾ ਬਿਜ਼ਨਸ ਹੈਗਾ, ਅਗਰ ਮੈਂ ਉਹਨੂੰ ਇੱਕ ਡੈਮੋਗ੍ਰਾਫਿਕ ਜਾਂ ਐਥਨੀਸਿਟੀ ਵਾਈਜ਼ ਉਹਨੂੰ ਡਿਵਾਈਡ ਕਰਾਂ,
60 ਤੋਂ ਲੈ ਕੇ ਸਾਡਾ 65% ਜਿਹੜਾ ਬਿਜ਼ਨਸ ਹੈਗਾ ਜੀ ਉਹ ਕੈਨੇਡੀਅਨ ਕਮਿਊਨਿਟੀ ਦੇ ਵਿੱਚ ਹੈਗਾ ਜੀ। 30 to 35% ਸਾਡਾ ਬਿਜ਼ਨਸ ਜਿਹੜਾ ਹੈਗਾ ਉਹ ਸਾਊਥ ਏਸ਼ੀਅਨਸ ਦੇ ਵਿੱਚ ਹੈਗਾ ਜੀ। ਉਹਦਾ ਰੀਜ਼ਨ ਇਹ ਹੈਗਾ ਕਿ ਅਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬੜੀ ਐਡਵਰਟਾਈਜ਼ ਕਰਦੇ ਹਾਂ। ਉੱਥੇ ਸਾਡੇ ਕੋਲ ਬੜਾ ਅੱਛਾ ਨੈਟਵਰਕ ਹੈਗਾ, ਚਾਹੇ ਉਹ ਇਟਾਲੀਅਨ ਕਮਿਊਨਿਟੀ ਹੈਗੀ ਹੈ, ਚਾਹੇ ਉਹ ਕੈਨੇਡੀਅਨ ਕਮਿਊਨਿਟੀ ਹੈਗੀ ਹੈ, ਚਾਹੇ ਉਹ ਆਪਣਾ ਅਫਰੀਕਨਸ ਹੈਗੇ ਹੈ। ਸੋ ਇਟਸ ਅ ਮਿਕਸਡ ਕਲਾਇੰਟ ਬੇਸ ਵਿਚ ਵੀ ਹੈ ਜੀ। ਤੁਸੀਂ ਵਿਨੀਪੈਗ ਆਏ ਹੋ, ਵਿਨੀਪੈਗ 2 ਮਹੀਨੇ ਪਹਿਲਾਂ ਤੁਸੀਂ ਇਹ ਆਫਿਸ ਜਿਹੜਾ ਸੀ ਐਸਟੈਬਲਿਸ਼ ਕੀਤਾ, ਤੁਸੀਂ ਸ਼ਾਇਦ ਉਦੋਂ ਨਹੀਂ ਆਏ, ਤੁਹਾਡੀ ਹੋਰ ਟੀਮ ਜਿਹੜੇ ਮਿਸਟਰ ਕਮਲ ਆਏ ਸੀ, ਹੋਰ ਵੀ ਆਏ ਸੀ। ਤੁਸੀਂ ਬੀਇੰਗ CEO ਫਸਟ ਵਿਜ਼ਿਟ ਹੈ ਤੁਹਾਡੀ ਵਿਨੀਪੈਗ ਦੀ ਮਾਰਕੀਟ ਬਾਰੇ, ਤੁਹਾਡਾ ਕੀ ਐਨਾਲਿਸਿਸ ਹੈਗਾ? ਜੀ ਦੇਖੋ, ਅੱਜ ਦੇ ਟਾਈਮ 'ਤੇ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਕੱਲ੍ਹ ਨੂੰ ਮਾਰਕੀਟ ਦੇ ਵਿੱਚ ਕੀ ਹੋਣ ਵਾਲਾ ਹੈਗਾ, ਮਾਰਕੀਟ ਕਿਵੇਂ ਅੱਗੇ ਜਾਏਗੀ। ਸੋ ਮੈਂ ਆਉਣ ਤੋਂ ਪਹਿਲਾਂ ਆਪਣਾ ਸਾਰਾ ਇੱਕ ਸਰਵੇ ਕਰਕੇ, ਰਿਸਰਚ ਕਰਕੇ, ਜਦੋਂ ਅਸੀਂ ਇੱਥੇ ਆਫਿਸ ਖੋਲ੍ਹਿਆ ਸੀਗਾ, ਕਿੰਨੀ ਇੱਥੇ ਟੋਟਲ ਟ੍ਰਾਂਜੈਕਸ਼ਨ ਹੁੰਦੀਆਂ, ਕਿੰਨੇ ਇੱਥੇ ਜਿਹੜੇ ਰੀਅਲਟਰ ਹੈਗੇ, ਕਿਸ ਤਰੀਕੇ ਦੀ ਉਹ ਸਰਵਿਸ ਪ੍ਰੋਵਾਈਡ ਕਰਦੇ ਆ, ਅਸੀਂ ਹੋਰ ਕਿਸ ਤਰੀਕੇ ਨਾਲ ਜਿਹੜਾ ਕਲਾਇੰਟ ਨੂੰ, ਕਸਟਮਰ ਨੂੰ ਕੰਟਰੀਬਿਊਟ ਕਰ ਸਕਦੇ ਆ, ਕਿਵੇਂ ਉਹਨਾਂ ਨੂੰ ਬੈਟਰ ਸਰਵਿਸ ਦੇ ਸਕਦੇ ਆ ਰੀਜ਼ਨੇਬਲੀ ਚਾਰਜ ਕਰਕੇ। ਸੋ ਅਸੀਂ ਇਹ ਸਾਰਾ ਕੁਝ ਵਰਕਆਊਟ ਕਰਕੇ ਜੀ ਇੱਥੇ ਪਲਾਨ ਕੀਤਾ ਹੈਗਾ। ਦੇਖੋ, ਜਿਹੜੀ ਵਿਨੀਪੈਗ ਦੀ ਮਾਰਕੀਟ ਹੈ, ਇੱਥੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਵੀ ਕਾਫੀ ਡੋਮੀਨੇਟ ਕਰਦੀ ਹੈ। ਔਰ ਤੁਹਾਨੂੰ ਪਤਾ ਅਸੀਂ ਰੀਅਲ ਸਟੇਟ ਲਵਰ ਹੈਗੇ ਆ। ਦੇਖੋ, ਅਸੀਂ ਨਾ ਉਹ ਕਈ ਵਾਰੀ ਮੈਂ ਮਜ਼ਾਕ ਦੇ ਵਿੱਚ ਕਹਿ ਦਿੰਦਾ ਹਾਂ ਕਿ ਅਸੀਂ ਆਪਣੇ ਸਪਾਊਸ ਦੇ ਨਾਲੋਂ ਜ਼ਿਆਦਾ ਆਪਣੀ ਰੀਅਲ ਸਟੇਟ ਨੂੰ ਪਿਆਰ ਕਰਦੇ ਆ। ਠੀਕ ਹੈ ਜੀ। ਸੋ ਸਾਡੇ ਲਈ ਨਾ ਇੱਕ ਆਪਣਾ, ਉਹ ਕਹਿੰਦੇ ਸਾਡੇ ਇੰਡੀਆ ਦੇ ਵਿੱਚ ਕੋਈ ਜਿਹੜੀ ਧਰਤੀ ਹੈਗੀ ਉਹ ਸਾਡੀ ਮਾਂ ਬਰਾਬਰ ਹੈ। ਠੀਕ ਹੈ ਜੀ। ਉਹ ਸਾਡੀ ਇੱਕ ਅਟੈਚਮੈਂਟ ਸ਼ੋ ਹੁੰਦੀ ਹੈ ਉਹਦੇ ਨਾਲ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇੱਕ ਤਾਂ ਵਿਨੀਪੈਗ ਦੀ ਮਾਰਕੀਟ ਦੇ ਵਿੱਚ ਬੜੇ ਅੱਛੇ ਪੈਕੇजेस ਲੈ ਕੇ ਆਏ ਹਾਂ। ਇਹ ਮਾਰਕੀਟ ਕੱਲ੍ਹ ਨੂੰ ਬੜੀ ਸਟਰੋਂਗ ਫੁਟਿੰਗਸ ਤੇ ਹੈਗੀ ਹੈ ਜੀ। ਅੱਜ ਬਿਕੋਜ਼ ਆਫ ਦ ਰੇਟ ਆਫ ਇੰਟਰਸਟ ਮੈਂ ਅੰਡਰਸਟੈਂਡ ਕਰਦਾ ਕਿ ਅੱਜ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਕਿ ਮਾਰਕੀਟ ਦੇ ਵਿੱਚ ਪ੍ਰਾਈਸਿਸ ਹੋਰ ਨੀਚੇ ਜਾਣਗੇ। ਮੈਂ ਡਾਟਾ ਨੂੰ ਬੜਾ ਡੀਪਲੀ ਐਨਾਲਾਈਜ਼ ਕਰਦਾ ਜੀ। ਬਾਟਮ ਜਿਹੜਾ ਹੈਗਾ ਅਸੀਂ ਆਲਰੇਡੀ ਟੱਚ ਕਰ ਚੁੱਕੇ ਹਾਂ। ਹੁਣ ਅਸੀਂ ਵਾਪਸ ਉੱਪਰ ਜਾਣਾ ਸ਼ੁਰੂ ਹੋ ਰਹੇ ਹਾਂ। ਅਗਲੇ 3 ਤੋਂ 6 ਮਹੀਨੇ ਇਹ ਮਾਰਕੀਟ ਸਟੇਬਿਲਿਟੀ ਵੱਲ ਜਾਏਗੀ ਜੀ। ਉਸ ਤੋਂ ਬਾਅਦ ਇਹਨੇ ਜਿਵੇਂ ਹੀ 1-2 ਪੋਜ਼ਿਟਿਵ ਨਿਊਜ਼ ਆਈਆਂ, ਇਸ ਮਾਰਕੀਟ ਨੇ ਸ਼ੂਟ ਅਪ ਕਰਨਾ ਸ਼ੁਰੂ ਕਰ ਦੇਣਾ। ਸੋ ਅੱਜ ਦੇ ਟਾਈਮ ਮੈਂ ਇਹ ਮੰਨਦਾ ਕਿ ਬਾਇਰਸ ਵਾਸਤੇ, ਖਾਸ ਤੌਰ ਤੇ ਫਸਟ ਟਾਈਮ ਬਾਇਰਸ ਵਾਸਤੇ ਇੱਕ ਬੜੀ ਅਪੋਰਚੁਨਿਟੀ ਹੈਗੀ ਹੈ ਜੀ। ਚਾਹੇ ਉਹ ਇਨਵੈਸਟਰ ਹੈਗਾ, ਉਹਦੇ ਵਾਸਤੇ ਵੀ ਅਪੋਰਚੁਨਿਟੀ ਹੈਗੀ ਹੈ ਘਰ ਖਰੀਦਣ ਦੀ, ਕਿਉਂਕਿ ਅੱਜ ਰੀਜ਼ਨੇਬਲ ਪ੍ਰਾਈਸਿਸ ਤੇ ਤੁਹਾਨੂੰ ਘਰ ਮਿਲ ਰਿਹਾ ਹੈ। ਕੋਈ ਵੀ ਚੀਜ਼ ਤੁਸੀਂ ਡੀਲ ਕਰਨਾ ਚਾਹੁੰਦੇ ਹੋ, ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਆ ਕੇ ਇੱਕ ਅੱਛੇ ਰੀਅਲਟਰ ਤੋਂ ਆਪਣੀ ਐਡਵਾਈਸ ਲਓ, ਸਲਾਹ ਲਓ। ਹਰ ਸਲਾਹ ਹਰ ਬੰਦੇ ਲਈ ਫਿੱਟ ਨਹੀਂ ਬੈਠਦੀ। ਦੇਖੋ, ਅੱਜ ਅਗਰ ਮੈਂ ਸਲਾਹ ਦੇ ਰਿਹਾ ਬਾਏ ਕਰਨ ਦੀ, ਮੇਰੀ ਸਲਾਹ ਉਸ ਬੰਦੇ ਵਾਸਤੇ ਨਹੀਂ ਹੈ ਜਿਹਦੇ ਕੋਲ ਵਿਚਾਰੇ ਕੋਲ ਡਾਊਨ ਪੇਮੈਂਟ ਨਹੀਂ ਹੈ, ਜਿਹਦਾ ਕ੍ਰੈਡਿਟ ਠੀਕ ਨਹੀਂ ਹੈ, ਜਿਹਦੇ ਕੋਲ ਨੂੰ ਅੱਛੀ ਜੌਬ ਨਹੀਂ ਹੈਗੀ। ਅੱਜ ਅਗਰ ਤੁਹਾਡੇ ਕੋਲ ਅੱਛੀ ਜੌਬ ਹੈ, ਤੁਹਾਡਾ ਕ੍ਰੈਡਿਟ ਵਧੀਆ ਹੈਗਾ, ਤੁਹਾਡੇ ਕੋਲ ਡਾਊਨ ਪੇਮੈਂਟ ਦੇ ਪੈਸੇ, ਬੈਸਟ ਅਪੋਰਚੁਨਿਟੀ ਹੈ ਤੁਹਾਡੇ ਲਈ ਜੀ। ਬਿਲਕੁਲ ਠੀਕ ਹੈ। ਵਿਨੀਪੈਗ ਮਾਰਕੀਟ ਤੁਹਾਨੂੰ ਕੀ ਲੱਗਦਾ ਕਿ ਪਹਿਲਾਂ ਨਾਲੋਂ ਸਟਰੋਂਗ ਹੋਈ? ਤੁਸੀਂ ਤਾਂ ਸੋਚਿਆ ਕਿ ਇੱਥੇ ਅਸੀਂ ਸੇਵ ਮੈਕਸ ਦਾ ਕਨਸੈਪਟ ਲੈ ਕੇ ਆਈਏ? ਜੀ ਦੇਖੋ, ਇਹਦੇ ਵਿੱਚ 2 ਮੇਨ ਰੀਜ਼ਨ ਸੀਗੇ। ਇੱਕ ਤਾਂ ਸਾਡੀ ਐਸਪੀਰੇਸ਼ਨ ਸੀਗੀ ਕਿ ਅਸੀਂ ਆਪਣੀ ਸਰਵਿਸਿਜ਼ ਨੂੰ ਹੋਰ ਕੰਟਰੀ ਵਾਈਡ ਕਿਵੇਂ ਐਕਸਪੈਂਡ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਇਹ ਇੱਕ ਪ੍ਰੋਫੈਸ਼ਨਲ ਰੀਜ਼ਨ ਸੀਗਾ। ਦੂਜਾ ਇੱਕ ਪਰਸਨਲ ਰੀਜ਼ਨ ਵੀ ਸੀਗਾ। ਪਰਸਨਲ ਰੀਜ਼ਨ ਇਹ ਸੀਗਾ ਜੀ, ਮੈਂ ਪਰਸਨਲੀ ਇਹ ਬਿਲੀਵ ਕਰਦਾ ਕਿ ਇਸ ਕੰਟਰੀ ਨੇ, ਸਾਡੀ ਕਮਿਊਨਿਟੀ ਨੇ ਸਾਨੂੰ ਬਹੁਤ ਮਾਣ ਦਿੱਤਾ ਹੈ ਜੀ। ਸੋ ਜਿੱਥੇ ਜਿੱਥੇ ਆਪਣੀ ਕਮਿਊਨਿਟੀ ਵਸਦੀ ਹੈਗੀ ਹੈ ਜੀ, ਉੱਥੇ ਉੱਥੇ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਜਾਏ, ਨਵੇਂ ਇਮੀਗ੍ਰੈਂਟਸ ਨੂੰ ਹੈਲਪ ਕੀਤੀ ਜਾਏ, ਉਹਨਾਂ ਲਈ ਜੌਬਸ ਕ੍ਰੀਏਟ ਕੀਤੀਆਂ ਜਾਣ, ਉਹਨਾਂ ਨੇ ਅੱਗੇ ਕਿਵੇਂ ਵਧਣਾ। ਉਹਨਾਂ ਨੂੰ ਜਿਹੜੀ ਚੀਜ਼ ਮੈਂ ਸਿੱਖੀ ਹੈ, ਦੇਖੋ ਮੈਂ ਇਹ ਸਿੱਖਿਆ ਜੀ, ਅਗਰ ਤੁਹਾਨੂੰ ਇਸ ਕੰਟਰੀ ਦੇ ਵਿੱਚ ਰੀਅਲ ਸਟੇਟ ਦਾ ਪਤਾ ਲੱਗ ਜਾਏ, ਤੁਹਾਨੂੰ ਉਹਦੇ ਵਿੱਚ ਅੱਛੀ ਐਡਵਾਈਸ ਮਿਲ ਜਾਏ, ਤਾਂ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਅਸੀਂ ਵਿਨੀਪੈਗ ਦੇ ਵਿੱਚ ਲਾਈਫ ਚੇਂਜ ਕਰਨ ਆਏ ਹਾਂ ਜੀ। ਬਿਲਕੁਲ, ਵਿਨੀਪੈਗ 'ਚ ਲਾਈਫ ਚੇਂਜ ਕਰਨਾ ਹੈ ਜੀ। ਸੇਵ ਮੈਕਸ ਦੇ CEO ਮਿਸਟਰ ਰਮਨ ਦੂਆ, ਅਸੀਂ ਉਹਨਾਂ ਨਾਲ ਵਾਇਸ ਆਫ ਇੰਡੀਆ ਤੋਂ ਗੱਲਬਾਤ ਕਰ ਰਹੇ ਹੈਗੇ। ਲਾਸਟ ਵਿੱਚ ਸੁਨੇਹਾ ਕੀ ਦਿਓਗੇ ਵਿਨੀਪੈਗ ਦੇ ਇਨਵੈਸਟਰਸ ਨੂੰ, ਬਾਇਰਸ ਨੂੰ, ਫਸਟ ਟਾਈਮ ਹੋਮ ਬਾਇਰ ਨੂੰ? ਕੀ ਤੁਹਾਡਾ ਮੈਸੇਜ ਹੈ? ਮੈਂ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ, ਉਹਨਾਂ ਲਈ ਮੇਰਾ ਇੱਕ ਬੜਾ ਸਿੰਪਲ ਜਿਹਾ ਮੈਸੇਜ ਹੈਗਾ ਕਿ ਤੁਸੀਂ ਆਪਣੀ ਚੱਦਰ ਦੇਖ ਕੇ ਪੈਰ ਪਸਾਰੋ। ਜਦੋਂ ਘਰ ਅਫੋਰਡ ਕਰ ਸਕਦੇ ਹੋ ਉਦੋਂ ਲਓ। ਰੈਂਟ ਨਾਲੋਂ ਹਮੇਸ਼ਾ ਘਰ ਲੈਣਾ ਬਿਹਤਰ ਹੈਗਾ। ਇਨਵੈਸਟਰਸ ਲਈ ਹੁਣ ਸੇਵ ਮੈਕਸ ਦੀ ਟੀਮ ਤੁਹਾਡੇ ਨਾਲ ਹੈਗੀ ਹੈ, ਜਿਨ੍ਹਾਂ ਦਾ ਟੋਰਾਂਟੋ ਦੇ ਵਿੱਚ ਵੀ ਬੜਾ ਸਟਰੋਂਗ ਐਸਟੈਬਲਿਸ਼ਮੈਂਟ ਹੈਗੀ ਹੈ, ਐਲਬਰਟਾ ਦੇ ਵਿੱਚ ਵੀ ਬੜੀ ਸਟਰੋਂਗ ਐਸਟੈਬਲਿਸ਼ਮੈਂਟ ਹੈਗੀ ਹੈ। ਸੋ ਤੁਹਾਡੇ ਕੋਲੋਂ ਇੱਕ ਅਪੋਰਚੁਨਿਟੀ ਹੈ, ਇੱਕ ਹੋਰਾਈਜ਼ਨ, ਇੱਕ ਬੈਟਰ ਤਰੀਕੇ ਦੇ ਨਾਲ ਆਪਣੀ ਰੀਅਲ ਸਟੇਟ ਇਨਵੈਸਟਮੈਂਟ ਦੇਖਣ ਦੀ। ਹੋ ਸਕਦਾ ਤੁਹਾਡਾ ਪ੍ਰੋਫਾਈਲ ਟੋਰਾਂਟੋ ਨੂੰ ਫਿੱਟ ਬੈਠਦਾ ਹੋਵੇ, ਉੱਥੇ ਵੀ ਤੁਹਾਡੇ ਲਈ ਟੀਮ ਬੈਠੀ ਹੈਗੀ ਹੈ। ਹੋ ਸਕਦਾ ਤੁਹਾਡਾ ਪ੍ਰੋਫਾਈਲ ਤੁਸੀਂ ਐਲਬਰਟਾ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਸਕਦਾ ਤੁਸੀਂ ਵਿਨੀਪੈਗ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ। ਕਿਤੇ ਵੀ ਕਰ ਸਕਦੇ ਹੋ, ਇਟਸ ਅ ਵਨ ਸਟਾਪ ਸ਼ਾਪ। ਦੂਜਾ ਮੇਰਾ ਮੈਸੇਜ ਹੈ ਜੀ, ਅਸੀਂ ਇੱਥੇ ਬਿਜ਼ਨਸ ਤਾਂ ਕਰਨ ਆਏ ਹੈਗੇ ਆ ਜੀ, ਪਰ ਉਹਦੇ ਨਾਲ ਅਸੀਂ ਇੱਥੇ ਕਮਿਊਨਿਟੀ ਨੂੰ ਵੀ ਡਿਵੈਲਪ ਕਰਨ ਆਏ ਹਾਂ। ਦੇਖੋ, ਸੇਵ ਮੈਕਸ ਦੀ ਟੀਮ ਨੇ ਮਿਸੀਸਾਗਾ ਦੇ ਵਿੱਚ ਇੱਕ ਟ੍ਰਿਲੀਅਮ ਜਿਹੜਾ ਆਪਣਾ ਹਸਪੀਟਲ ਹੈਗਾ, ਅਸੀਂ $2.5 ਮਿਲੀਅਨ ਉੱਥੇ ਕੰਟਰੀਬਿਊਟ ਕੀਤਾ ਜੀ ਨਵਾਂ ਹਸਪੀਟਲ ਬਣਾਉਣ ਦੇ ਵਿੱਚ। ਬਰੈਂਪਟਨ ਦੇ ਵਿੱਚ ਇੱਕ ਬਰੈਂਪਟਨ ਸੌਕਰ ਸੈਂਟਰ ਸੀਗਾ, ਜਿਹੜਾ ਉੱਥੇ ਦਾ ਬਹੁਤ ਵੱਡਾ ਸਟੇਡੀਅਮ ਹੈ,
ਉੱਥੇ ਅਸੀਂ 15 ਸਾਲ ਦੇ ਨੇਮਿੰਗ ਰਾਈਟਸ ਰਹੇ, ਜਿਹਨੂੰ ਅੱਜ ਸੇਵ ਮੈਕਸ ਸਪੋਰਟਸ ਸੈਂਟਰ ਦੇ ਨਾਮ ਤੋਂ ਬੁਲਾਇਆ ਜਾਂਦਾ ਹੈਗਾ। ਠੀਕ ਹੈ ਜੀ। ਸੋ ਮੇਰਾ ਮੈਸੇਜ ਇਹ ਹੈ ਕਿ ਅਸੀਂ ਇੱਥੇ ਆਪਣੀ ਕਮਿਊਨਿਟੀ ਨੂੰ ਇੱਕ ਭਰਵਾਂ ਹੁੰਗਾਰਾ ਦੇਣ ਆਏ ਆ, ਉਹਨਾਂ ਦੇ ਨਾਲ ਖੜੇ ਹੋਣ ਆਏ ਆ, ਔਰ ਕੈਨੇਡੀਅਨ ਕਮਿਊਨਿਟੀ ਨੂੰ ਮੈਸੇਜ ਦੇਣ ਆਏ ਆ ਜੀ ਕਿ ਅਸੀਂ ਇਸ ਕੰਟਰੀ ਦੇ ਵਿੱਚ, ਇਕਨੋਮੀ ਦੇ ਵਿੱਚ, ਇੱਥੇ ਕਮਿਊਨਿਟੀ ਦੇ ਵਿੱਚ, ਸੁਸਾਇਟੀ ਦੇ ਵਿੱਚ ਕੰਟਰੀਬਿਊਟ ਕਰਨਾ ਹੈ, ਇਸ ਦੇਸ਼ ਨੂੰ, ਇਸ ਜਗ੍ਹਾ ਨੂੰ ਬਿਹਤਰ ਬਣਾਉਣਾ ਹੈ। ਔਰ ਮੈਂ ਇਹ ਪ੍ਰੋਮਿਸ ਕਰਦਾ ਜੀ ਕਿ ਵਿਨੀਪੈਗ ਦੇ ਵਿੱਚ ਅਸੀਂ ਜੋ ਵੀ ਆਪਣੇ ਵੱਲੋਂ ਕਰ ਸਕਦੇ ਹੋਈਏ, ਆਪਣੀ ਇੱਕ ਕਮਿਊਨਿਟੀ ਦਾ ਸਟਰੋਂਗ ਮੈਸੇਜ ਦੇਣ ਲਈ ਔਰ ਕੈਨੇਡੀਅਨਸ ਨੂੰ ਇਹ ਦੱਸਣ ਲਈ ਕਿ ਜੀ ਸਾਡੀ ਕਮਿਊਨਿਟੀ ਜਿਹੜੀ ਹੈ ਨਹੀਂ ਜੀ, ਉਹ ਵੱਧ ਚੜ ਕੇ ਇੱਥੇ ਦੇ ਸਿਸਟਮ ਨੂੰ ਬਿਹਤਰ ਬਣਾਉਣ ਲਈ ਆਈ ਹੈ। ਇਹਨੂੰ ਫਾਲੋ ਵੀ ਕਰਦੀ, ਇਹਨੂੰ ਸੋਹਣਾ ਵੀ, ਹੋਰ ਸੋਹਣਾ। ਬਿਲਕੁਲ ਜੀ, ਬਿਲਕੁਲ। ਬਹੁਤ ਅੱਛੀਆਂ ਗੱਲਾਂ ਕੀਤੀਆਂ ਜੀ ਰਮਨ ਦੂਆ ਜੀ ਨੇ, ਰੀਅਲੀ ਇੰਸਪੀਰੇਸ਼ਨ ਵਾਲੀਆਂ ਗੱਲਾਂ ਸਾਰੀਆਂ ਹੈਗੀਆਂ। ਇਹਨਾਂ ਦਾ ਆਫਿਸ ਹੈ ਜੀ 1749 ਪੋਰਟੇਜ ਐਵਨਿਊ ਤੇ। ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣ ਵਾਸਤੇ ਸੰਪਰਕ ਵੀ ਕਰ ਸਕਦੇ ਹੋ। ਰਮਨ ਦੂਆ ਜੀ ਸਪੈਸ਼ਲ ਵਿਜ਼ਿਟ ਤੇ ਆਏ ਹੋਏ ਆ, CEO ਹੈਗੇ ਨੇ ਸੇਵ ਮੈਕਸ ਦੇ, ਬਾਕੀ ਟੀਮ ਇਹਨਾਂ ਦੀ ਇੱਥੇ ਹੈਗੀ ਹੈ। ਕਦੀ ਵੀ ਇਹਨਾਂ ਨੂੰ ਅਪਰੋਚ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ। 204-800-1515 204-800-1515। ਮੈਨੂੰ ਲੱਗਦਾ ਕਿ ਇਹ ਕੰਪਨੀ ਰੀਅਲ ਸੈਂਸ ਵਿੱਚ ਲੋਕਾਂ ਦੀ ਸੇਵਿੰਗ, ਮੈਕਸਿਮਮ ਸੇਵਿੰਗ ਕਰਨ ਵਿੱਚ ਮਦਦਗਾਰ ਸਾਬਤ ਹੋਏਗੀ। ਜਿਵੇਂ ਰਮਨ ਜੀ ਨੇ ਕਿਹਾ ਕਿ ਵਿਨੀਪੈਗ ਦੇ ਲੋਕਾਂ ਦੇ ਲਈ ਸੇਵਾ ਕਰਨਾ ਉਹਨਾਂ ਦਾ ਮਕਸਦ ਹੈ, ਬਿਨਾਂ ਸ਼ੱਕ ਬਿਜ਼ਨਸ ਵੀ ਹੈ, ਔਰ ਇਸ ਮਕਸਦ ਵਿੱਚ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਵਾਇਸ ਆਫ ਇੰਡੀਆ ਵੱਲੋਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ। ਔਰ ਵਾਇਸ ਆਫ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਫਿਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਔਰ ਜੈ ਜੀ। ਔਰ ਤੁਹਾਡੀ ਪੂਰੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ ਕਿ ਤੁਸੀਂ ਮੈਨੂੰ ਇੱਕ ਅਪੋਰਚੁਨਿਟੀ ਦਿੱਤੀ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। Purchase and refinance. Switch and transfer.